ਅਤੇ ਇਸ ਸਥਾਨ 'ਤੇ ਜੋ ਹਰ ਰੋਜ਼ ਪ੍ਰੋਗਰਾਮ ਲਾਈਵ ਕੀਤਾ ਜਾਂਦਾ ਹੈ, ਆਪ ਸੰਗਤਾਂ ਦੇਸ਼ ਪਰਦੇਸ ਵਿੱਚ ਬੈਠ ਕੇ ਗੁਰਬਾਣੀ ਦੇ ਇਸ ਅਮੁੱਲਕ ਖਜ਼ਾਨੇ ਵਿੱਚੋਂ ਜੋ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ ਚੱਲ ਰਹੀ ਹੈ, ਉਸ ਵਿਚਾਰ ਨਾਲ ਜੁੜ ਕੇ ਮਨੁੱਖਾ ਜੀਵਨ ਨੂੰ ਸਫਲ ਬਣਾਉਂਦੇ ਹੋ। ਆਓ ਅੱਜ 2 ਸਲੋਕ ਆਪ ਸੰਗਤਾਂ ਦੇ ਨਾਲ ਸਾਂਝੇ ਕੀਤੇ ਹਨ। 79 ਅਤੇ 80 ਨੰਬਰ ਸਲੋਕ ਬਾਬਾ ਫਰੀਦ ਜੀ ਦਾ ਜੋ ਉਚਾਰਨ ਕੀਤਾ ਹੋਇਆ, ਆਓ ਇਹਨਾਂ ਪਾਵਨ ਵਚਨਾਂ ਦੀ ਵਿਚਾਰ ਆਪ ਸੰਗਤਾਂ ਦੇ ਨਾਲ ਰੱਖਣੀ ਹੈ। ਬਾਬਾ ਫਰੀਦ ਜੀ ਮਨੁੱਖ ਨੂੰ ਇੱਕ ਗੱਲ ਇੱਥੇ ਸਮਝਾ ਰਹੇ ਹਨ ਕਿ ਇਹ ਸੰਸਾਰ ਸੁੰਦਰ ਹੈ, ਸੰਸਾਰ ਦੇ ਪਦਾਰਥਾਂ ਵਿੱਚ ਵੀ ਅਤ ਰਸ ਹੈ, ਪਰ ਇਹ ਗੱਲ ਸੱਚੀ ਹੈ ਕਿ ਸੰਸਾਰ ਦੇ ਵਿੱਚ ਅਸੀਂ ਜੀਵ ਪ੍ਰਾਹੁਣੇ ਹਾਂ ਔਰ ਇੱਥੋਂ ਸਾਨੂੰ ਜਾਣਾ ਪੈਣਾ ਹੈ। ਇਸ ਕਰਕੇ ਆਪਣੇ ਜਾਣ ਦੀ ਤਿਆਰੀ ਕਰ ਔਰ ਇਸ ਆਹਾਰ ਦੇ ਵਿੱਚ ਲੱਗ। ਇਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ ਨੇ, ਸਰੰਜਾਮ ਲਾਗ ਭਵਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਇਹ ਮਨੁੱਖ ਉਸ ਇੰਤਜ਼ਾਮ ਦੇ ਵਿੱਚ ਲੱਗ ਜਿਸ ਇੰਤਜ਼ਾਮ ਨੂੰ ਕਰਕੇ ਤੂੰ ਭਵ ਸਾਗਰ ਤੋਂ ਪਾਰ ਹੋ ਜਾਵੇਂ। ਔਰ ਜੇ ਐਸਾ ਨਹੀਂ ਕਰਦਾ ਤੇ ਸੱਚ ਜਾਣੀ ਤੇਰਾ ਪੂਰਾ ਜੀਵਨ ਮਾਇਆ ਦੇ ਪ੍ਰੇਮ ਵਿੱਚ ਰੰਗ ਕੇ ਵਿਅਰਥ ਜਾ ਰਿਹਾ ਹੈ। ਹਰ ਇੱਕ ਮਨੁੱਖ ਨੇ ਆਪੋ ਆਪਣਾ ਫੈਸਲਾ ਕਰਨਾ ਹੈ। ਅਤੇ ਆਪਣੇ ਜੀਵਨ ਦੀ ਜ਼ਿੰਮੇਵਾਰੀ ਆਪ ਹੀ ਸੰਭਾਲਣੀ ਪੈਣੀ ਹੈ। ਔਰ ਇਹ ਵਿਚਾਰ ਜੀਵਨ ਵਿੱਚ ਸਮਝ ਲੈਣਾ ਕਿ ਜੀਵਨ ਦੇ ਕਿਸੇ ਵੀ ਪੱਖ ਤੋਂ ਜਿੰਨਾ ਚਿਰ ਮਨੁੱਖ ਆਪ ਸੁਚੇਤ ਨਹੀਂ ਹੈ ਔਰ ਆਪਣੇ ਆਪ ਬਾਰੇ ਵਿਚਾਰ ਨਹੀਂ ਰਿਹਾ, ਤਾਂ ਸਮਝ ਲੈਣਾ ਕਿ ਐਸਾ ਮਨੁੱਖ ਗਾਫਲ ਹੈ ਔਰ ਆਪਣੇ ਜੀਵਨ ਦੇ ਵਿੱਚ ਕੁਛ ਵੀ ਖੱਟ ਨਹੀਂ ਰਿਹਾ। ਸੋ ਜੋ ਖੱਟੀ ਖੱਟਣੀ ਹੈ ਔਰ ਜੋ ਵਿਚਾਰਧਾਰਾ ਬਾਬਾ ਫਰੀਦ ਜੀ ਸਾਡੇ ਜ਼ਿਹਨ ਨਸ਼ੀਨ ਕਰ ਰਹੇ ਹਨ, ਆਓ ਤੁਹਾਡੇ ਨਾਲ ਇਹ ਵਿਚਾਰ ਸਾਂਝੀ ਕਰੀਏ। ਇਹ ਵਿਚਾਰ ਸਾਡੇ ਮਨ ਨੂੰ ਪ੍ਰਭਾਵਿਤ ਕਰੇ ਅਤੇ ਅਸੀਂ ਇਸ ਵਿਚਾਰ ਨਾਲ ਜੁੜ ਕੇ ਜੀਵਨ ਦੀ ਉਸ ਸੱਚਾਈ ਤੋਂ ਜਾਣੂ ਹੋਈਏ। ਸੋ ਸਾਰਿਆਂ ਨੇ ਗੁਰੂ ਚਰਨਾਂ 'ਚ ਆਪਣੇ ਮਨ ਨੂੰ ਜੋੜਨਾ, ਇਕਾਗਰਤਾ ਬਖਸ਼ਣੀ, ਧਿਆਨ ਨਾਲ ਵਚਨਾਂ ਨੂੰ ਸਰਵਣ ਕਰਨਾ, ਤਾਂ ਕਿ ਜੋ ਸਬਜੈਕਟ ਬਾਬਾ ਫਰੀਦ ਜੀ ਇੱਥੇ ਸਮਝਾ ਰਹੇ ਹਨ, ਜੋ ਵਿਸ਼ਾ ਬਾਬਾ ਫਰੀਦ ਜੀ ਦਾ ਹੈ,
ਉਹ ਸਾਡੇ ਸਾਰਿਆਂ ਦੇ ਸਮਝ ਆ ਸਕੇ। ਪਿਆਰ ਨਾਲ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਦੀ ਬਾਣੀ ਜੋ ਅਸੀਂ ਵਿਚਾਰਦੇ ਹਾਂ, ਇਸ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਹੈ ਕਿ ਇਹ ਸੰਸਾਰ, ਜਿਸ ਸੰਸਾਰ ਦੇ ਵਿੱਚ ਤੇਰਾ ਨਿਵਾਸ ਹੈ, ਜਿਸ ਸੰਸਾਰ ਦੇ ਵਿੱਚ ਤੂੰ ਰਹਿ ਰਿਹਾ ਹੈ, ਇਹ ਹਰੀ ਪਰਮਾਤਮਾ ਦਾ ਇੱਕ ਸੁੰਦਰ ਔਰ ਸੋਹਣਾ ਸੁਭਾਵਾ ਭਾਗ ਹੈ। ਇਹਨੂੰ ਭਗਤ ਨਾਮਦੇਵ ਜੀ ਨੇ ਆਖਿਆ, ਆਪਣੀ ਪਾਵਨ ਬਾਣੀ ਦੇ ਰਾਹੀਂ, ਪਹਿਲ ਪੁਰੀਏ ਪੁੰਡਰਕ ਬਣਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਨਾਚਨ ਤੀ ਨਾਚਨਾ, ਪਹਿਲ ਪੁਰਸਾ ਵਿਰਾ, ਅਸਗਾ ਅਸ ਉਸਗਾ, ਹਰ ਕਾ ਬਾਗਰਾ, ਨਾਚੈ ਪਿੰਡੀ ਮੈਂ ਸਾਗਰਾ। ਇਹ ਹਰੀ ਪਰਮੇਸ਼ਰ ਦਾ ਸੁੰਦਰ ਬਾਗ ਹੈ ਸੰਸਾਰ, ਬਹੁਤ ਖੂਬਸੂਰਤ ਹੈ। ਇਹ ਸੰਸਾਰ ਮਨ ਨੂੰ ਮੋਹਣ ਵਾਲਾ ਹੈ। ਪਰ ਖਿਆਲ ਕਰਨਾ, ਜੀਵਨ ਦੇ ਅੰਦਰ ਉਹ ਮਨੁੱਖ ਕਦੀ ਵੀ ਨਹੀਂ ਇਸ ਸੰਸਾਰ ਦੇ ਵਿੱਚ ਮੋਹੇ ਜਾਂਦੇ ਜਿਨ੍ਹਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਮੈਂ ਇਸ ਘਰ ਦੇ ਵਿੱਚ ਇੱਕ ਪ੍ਰਾਹੁਣੇ ਦੀ ਤਰ੍ਹਾਂ ਆਇਆ ਹਾਂ ਔਰ ਬਸ ਇੱਕ ਰਾਤ ਪ੍ਰਾਹੁਣਾ ਦੇ ਘਰ ਰਹਿਣਾ, ਸਵੇਰ ਹੋਣੀ ਹੈ, ਚਲੇ ਜਾਣਾ ਹੈ। ਔਰ ਤੁਸੀਂ ਦੇਖੋ, ਪ੍ਰਾਹੁਣਾ ਜਿਹੜਾ ਹੈ ਜਦੋਂ ਕਿਸੇ ਰਿਸ਼ਤੇਦਾਰੀ ਵਿੱਚ ਜਾਂਦਾ ਹੈ ਤਾਂ ਉਹਨਾਂ ਦੇ ਮਕਾਨ ਨਾਲ, ਉਹਨਾਂ ਦੀ ਸਮੱਗਰੀ ਨਾਲ, ਉਹਨਾਂ ਦੀ ਵਸਤੂਆਂ ਨਾਲ ਉਹ ਮੋਹ ਨਹੀਂ ਪਾਉਂਦਾ, ਕਿਉਂਕਿ ਉਹਨੂੰ ਪਤਾ ਇਹ ਸਭ ਮੇਰੀਆਂ ਨਹੀਂ ਹਨ। ਉਹਨਾਂ ਨਾਲ ਉਸਦਾ ਕੋਈ ਲਗਾਵ ਨਹੀਂ ਹੁੰਦਾ। ਪਰ ਸੰਸਾਰ ਜਗਤ ਦੇ ਨਾਲ ਮਨੁੱਖ ਅਤ ਲਗਾਓ ਬਣਾ ਕੇ ਬੈਠ ਗਿਆ ਹੈ ਔਰ ਮਨੁੱਖ ਨੂੰ ਇੱਥੇ ਤੇ ਜਾਣ ਦੀ ਗੱਲ ਹੀ ਭੁੱਲ ਗਈ ਹੈ। ਇਸ ਕਰਕੇ ਬਾਬਾ ਫਰੀਦ ਜੀ, ਹੋਰ ਭਗਤ ਸਾਹਿਬਾਨ, ਗੁਰੂ ਮਹਾਰਾਜ ਮਨੁੱਖ ਨੂੰ ਬਾਰ-ਬਾਰ ਬਾਣੀ ਰਾਹੀਂ ਸੁਚੇਤ ਕਰਦੇ ਹਨ ਕਿ ਸੰਸਾਰ ਦੇ ਵਿੱਚ ਤੂੰ ਪ੍ਰਾਹੁਣਾ ਹੈ। ਔਰ ਕਹਿੰਦੇ ਨੇ ਸਤਿਗੁਰ ਬਾਣੀ ਵਿੱਚ, ਜੈਸੇ ਰਹਿਣ ਪ੍ਰਾਹੁਣਾ, ਉੱਠ ਚਲ ਸੈਂ ਪ੍ਰਭਾਤ, ਕਿਆ ਤੂੰ ਰੱਤਾ ਦੁਨੀਸੋਂ ਫੁੱਲਾਂ ਕੀ ਬਾਗਾਤ। ਸਤਿਗੁਰ ਆਖਦੇ ਨੇ, ਇਹ ਸੰਸਾਰ ਦੇ ਵਿੱਚ ਤੂੰ ਇੱਕ ਰਾਤ ਦਾ ਪ੍ਰਾਹੁਣਾ ਹੈ। ਜਿਵੇਂ ਪ੍ਰਾਹੁਣਾ ਆਉਂਦਾ ਉੱਠ ਕੇ ਚਲਾ ਜਾਂਦਾ, ਇਸ ਤਰ੍ਹਾਂ ਤੂੰ ਵੀ ਸੰਸਾਰ 'ਚ ਆਇਆ, ਇੱਕ ਦਿਨ ਤੂੰ ਸੰਸਾਰ ਤੋਂ ਰੁਖਸਤ ਹੋ ਜਾਵੇਂਗਾ, ਚਲੇ ਜਾਵੇਂਗਾ। ਪਰ ਮਨੁੱਖ ਦੀ ਇੱਕ ਹਾਲਤ ਹੈ ਕਿ ਇੱਥੇ ਸੰਸਾਰ ਨਾਲ, ਸੁਭਾਵੇ ਬਾਗ ਦੇ ਨਾਲ ਚਿੱਤ ਜੋੜਦਾ ਹੈ ਔਰ ਇਸ ਸੰਸਾਰ ਦੇ ਵਿੱਚ ਰਹਿ ਕੇ ਆਪਣੇ ਜੀਵਨ ਦੇ ਵਿੱਚ ਇੱਥੇ ਟੋਏ ਟਿੱਬੇ ਬਣਾ ਲੈਂਦਾ ਹੈ, ਆਪਣੇ ਆਪ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ, ਆਪਣੇ ਆਪ ਨੂੰ ਚੰਗਾ ਤੇ ਦੂਜੇ ਨੂੰ ਮਾੜਾ, ਆਪਣੇ ਆਪ ਨੂੰ ਭਲਾ ਮਨੁੱਖ ਤੇ ਦੂਜੇ ਨੂੰ ਬੁਰਾ ਸਮਝਣ ਲੱਗ ਪੈਂਦਾ ਹੈ। ਜੇ ਆਪਾਂ ਧਿਆਨ ਦੇਵਾਂਗੇ ਨਾ ਪਿਆਰ ਵਾਲਿਓ, ਤੇ ਪਤਾ ਚੱਲੇਗਾ ਇਸ ਕਰਕੇ, ਕਿਉਂਕਿ ਸੰਸਾਰ ਦੇ ਵਿੱਚ ਆ ਕੇ ਜੀਵ ਨੂੰ ਇੱਕ ਚੀਜ਼ ਭੁੱਲੀ ਹੈ, ਉਹ ਹੈ ਮੌਤ। ਇਹ ਭੁੱਲ ਗਈ। ਜਦੋਂ ਮਨੁੱਖ ਨੂੰ ਅਸਲੀਅਤ ਭੁੱਲ ਜਾਏ, ਮਨੁੱਖ ਨੂੰ ਮੌਤ ਭੁੱਲ ਜਾਏ, ਫਿਰ ਸੰਸਾਰ ਦੇ ਵਿੱਚ ਆ ਕੇ ਜਦੋਂ ਇਹ ਗਲਤਾਨ ਹੋ ਜਾਂਦਾ ਹੈ, ਫਿਰ ਗੁਰੂ ਨਾਨਕ ਦੇ ਬਚਨਾਂ ਦੇ ਮਾਰ ਇੱਥੇ ਜੋ ਸੰਸਾਰ ਦਾ ਨਾਲ ਪ੍ਰੀਤ ਪਾ ਲੈਂਦਾ ਹੈ, ਜੇਤਾ ਮੋਹ ਪ੍ਰੀਤ ਸਵਾਦ। ਪਰ ਮਨੁੱਖ ਨੂੰ ਸਤਿਗੁਰ ਸਮਝਾਉਂਦੇ ਨੇ, ਜਿਤਨਾ ਵੀ ਸੰਸਾਰ ਦੇ ਨਾਲ ਮੋਹ ਹੈ, ਪਰਿਵਾਰ ਦੇ ਨਾਲ ਪਿਆਰ ਹੈ,
ਤੇ ਪਦਾਰਥਾਂ ਦੇ ਜਿਹੜੇ ਚਸਕੇ ਨੇ ਨਾ, ਇਹ ਚਸਕੇ ਤੋਂ ਤੂੰ ਸੰਸਾਰ ਦੇ ਵਿੱਚ ਆ ਕੇ ਲੈ ਰਿਹਾ ਹੈ, ਪਰ ਇਹ ਸੱਚਾਈ ਹੈ। ਜੇਤਾ ਮੋਹ ਪ੍ਰੀਤ ਸਵਾਦ, ਸਭਾਂ ਕਾਲਖ ਦਾਗਾਂ ਦਾਗ। ਇਹੀ ਮਨੁੱਖ ਨੂੰ ਦਾਗੀ ਬਣਾ ਰਹੇ ਨੇ, ਇਹੀ ਮਨੁੱਖ ਦੇ ਮਨ ਤੇ ਕਾਲਖ ਲਾ ਰਹੇ ਨੇ, ਔਰ ਇਹੀ ਮਨੁੱਖ ਨੂੰ ਠੱਗ ਬਣਾ ਰਹੇ ਨੇ, ਚੋਰ ਬਣਾ ਰਹੇ ਨੇ। ਇਹ ਸਵਾਦ, ਇਹ ਸੰਸਾਰ ਦੀ ਪ੍ਰੀਤ ਅਤੇ ਪਦਾਰਥਾਂ ਦੇ ਚਸਕੇ ਹੀ ਮਨੁੱਖ ਨੂੰ ਗਲਤ ਰਸਤੇ ਤੇ ਤੋਰ ਰਹੇ ਨੇ। ਠੀਕ ਹੈ, ਸੰਸਾਰ ਇੱਕ ਸੁੰਦਰ ਬਾਗ ਹੈ, ਬਗੀਚਾ ਹੈ। ਇਸ ਬਾਗ ਦੇ ਰੂਪ ਰੰਗ ਦੇਖਣ ਨੂੰ ਬੜਾ ਸੁੰਦਰ, ਪਰ ਇਹ ਹੈ ਤਾਂ ਸਭ ਇਸ ਤਰ੍ਹਾਂ ਹੀ ਜਿਵੇਂ ਕਿ ਬਗੀਚੇ ਵਿੱਚ ਫੁੱਲ ਨੇ। ਕੁਛ ਚਿੰਦੇ ਨੇ, ਫਿਰ ਮੁਰਝਾ ਜਾਂਦੇ ਨੇ। ਜੈਸੇ ਰੈਨ ਪ੍ਰਾਹੁਣੇ ਉੱਠ ਚਲਸੈ, ਰਤਾ ਗ੍ਰਸਤ ਸਿਉ ਸਭ ਫੁੱਲਾਂ ਕੀ ਬਾਗਾਤ। ਕਿਵੇਂ ਤੂੰ ਸੰਸਾਰ ਦੇ ਨਾਲ, ਇਸ ਗ੍ਰਸਤੀ ਜੀਵਨ ਦੇ ਵਿੱਚ ਜਾਂ ਸੰਸਾਰ ਦੇ ਪਦਾਰਥਾਂ ਦੇ ਵਿੱਚ ਰਤਿਆ ਹੋਇਆ ਹੈ। ਇਹ ਸਾਰਾ ਸੰਸਾਰ ਫੁੱਲਾਂ ਦੀ ਬਗੀਚੀ ਹੈ, ਇਸ ਨੇ ਮੁਰਝਾ ਜਾਣਾ ਹੈ, ਸੁੱਕ ਜਾਣਾ ਹੈ। ਇਸ ਕਰਕੇ ਬਾਬਾ ਫਰੀਦ ਜੀ ਸਾਨੂੰ ਇੱਕ ਇਹ ਵਿਚਾਰ ਬਖਸ਼ ਰਹੇ ਨੇ। ਫਰੀਦਾ ਪੰਖ ਪ੍ਰਾਹੁਣੀ, ਦੁਨੀ ਸੁਹਾਵਾ ਵਾਗ। ਪੰਖ ਦਾ ਅਰਥ, ਪੰਖ ਤੋਂ ਮੁਰਾਦ ਜੀਵ। ਆਓ ਜੀਵ ਰੂਪੀ ਆਤਮਾ। ਆਖਣ ਲੱਗੇ ਇੱਥੇ ਤਾਂ ਸਾਰੇ ਦੇ ਸਾਰੇ ਜੀਵ ਜਿਹੜੇ ਨੇ, ਇਹ ਜੀਵ ਰੂਪ ਪੰਛੀਆਂ ਦੀ ਡਾਰ ਜਿਹੜੀ ਤੈਨੂੰ ਦਿਖਾਈ ਦੇ ਰਹੀ ਹੈ, ਸੰਸਾਰ ਵਿੱਚ ਜਿਹੜੇ ਵੀ ਜੀਵ ਦਿਖਾਈ ਦੇ ਰਹੇ ਨੇ, ਇਹ ਸਾਰੇ ਇੱਥੇ ਪ੍ਰਾਹੁਣੇ ਹਨ, ਸਾਰੇ ਪ੍ਰਾਹੁਣੇ ਨੇ। ਔਰ ਸੱਚ ਜਾਣਨਾ, ਸੰਸਾਰ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਕਿ ਇੱਥੇ ਪੰਛੀ ਰਾਤ ਕੱਟਦੇ ਨੇ, ਸਵੇਰ ਹੁੰਦੀ ਹੈ, ਉਸ ਰੁੱਖ ਨੂੰ ਛੱਡ ਜਾਂਦੇ ਨੇ। ਇਸ ਤਰ੍ਹਾਂ ਸੰਸਾਰ ਛੱਡ ਦੇਣਾ। ਇਸ ਬਾਬਤ ਬਾਣੀ ਨੇ ਸਾਨੂੰ ਬਾਰ-ਬਾਰ ਸਮਝਾਇਆ, ਔਰ ਸਾਨੂੰ ਇਹ ਗੱਲ ਸਾਡੇ ਜਿਹਨ ਨਸੀਨ ਕੀਤੀ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਬਸੇਰਾ। ਕੀ ਹੈ ਭਾਈ, ਤੇਰਾ ਤੇ ਮੇਰਾ ਕੀ ਹੈ? ਇਸ ਤਰ੍ਹਾਂ ਜਿਵੇਂ ਕਿ ਰੁੱਖ ਦੇ ਉੱਤੇ ਪੰਛੀ ਰਹਿੰਦੇ ਨੇ, ਰਾਤ ਕੱਟਦੇ ਨੇ, ਅੱਗੇ ਚਲੇ ਜਾਂਦੇ ਨੇ, ਇਸ ਤਰ੍ਹਾਂ ਹੀ ਸੰਸਾਰ ਵੀ ਇਸ ਬਾਗ ਤੇ ਹੈ, ਪਰ ਰਹਿਣਾ ਇੱਕ ਜ਼ਿੰਦਗੀ ਰੂਪੀ ਰਾਤ ਹੀ ਹੈ। ਔਰ ਇਸ ਜ਼ਿੰਦਗੀ ਨੂੰ ਇੱਕ ਰਾਤ ਦੇ ਨਾਲ ਤੁਲਨਾ ਦਿੰਦੇ ਨੇ ਬਾਣੀ ਵਿੱਚ। ਔਰ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਜੀਵਨ ਦੇ ਵਿੱਚ ਆਪਣੇ ਮਨ ਵਿੱਚ ਟੋਹੇ ਟਿੱਬੇ ਬਣਾ ਰਿਹਾ ਹੈ, ਇਸ ਦੁਨੀਆ ਦੇ ਪਿੱਛੇ ਲੱਗ ਕੇ ਜਿੱਥੇ ਤੂੰ ਗਲਤਾਨ ਹੋਇਆ ਹੋਇਆ, ਗਲ ਧਿਆਨ ਕਰੀ। ਇਹ ਮਨ ਤੇਰੋ ਕੋਈ ਨਹੀਂ, ਖਿੰਚ ਲੇਹ ਜਿਨ ਭਾਰ। ਹੇ ਮਨਾ, ਤੇਰਾ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਜਿਨ੍ਹਾਂ ਨੇ ਤੇਰੇ ਭਾਰ ਨੂੰ ਲੱਦ ਕੇ ਅੱਗੇ ਲੈ ਕੇ ਜਾਣਾ। ਅਸੀਂ ਭਾਰ ਤਾਂ ਲੱਦੀ ਜਾ ਰਹੇ ਹਾਂ, ਪਰਿਵਾਰ ਦਾ, ਸੰਸਾਰ ਦਾ, ਧਨ ਦਾ। ਇਹ ਭਾਰ ਤਾਂ ਅਸੀਂ ਇਕੱਠਾ ਕਰ ਲਿਆ, ਜ਼ਿੰਮੇਵਾਰੀਆਂ ਤਾਂ ਬਹੁਤੀਆਂ ਆਪਣੇ ਜੀਵਨ ਵਿੱਚ ਪਾ ਲਈਆਂ, ਪਰ ਖਿਆਲ ਕਰਨਾ, ਕਦੀ ਮਨੁੱਖ ਇਹ ਵਿਚਾਰ ਨਹੀਂ ਕਰਦਾ ਕਿ ਇਹ ਭਾਰ ਜਿਹੜਾ ਹੈ ਹੌਲਾ ਕੀਤਾ ਜਾਏ। ਗੁਰੂ ਸਾਹਿਬ ਇਹ ਨਹੀਂ ਆਖਦੇ ਕਿ ਤੂੰ ਜ਼ਿੰਮੇਵਾਰੀਆਂ ਨਹੀਂ ਪੂਰੀਆਂ ਕਰਨੀਆਂ। ਸਿੱਖ ਦਾ ਫਰਜ਼ ਹੈ ਕਿ ਉਹ ਜੀਵਨ ਦੇ ਵਿੱਚ ਜ਼ਿੰਮੇਵਾਰੀਆਂ ਨੂੰ ਨਿਭਾਵੇ, ਪਰ ਗੁਰੂ ਸਾਹਿਬ ਕਹਿੰਦੇ ਨੇ ਆਪਣੇ ਆਪ ਨੂੰ ਹੌਲਾ ਰੱਖ। ਕਿਉਂਕਿ ਕਬੀਰ ਬੇੜਾ ਜਰਜਰਾ, ਫੂਟੇ ਸੇਕ ਹਜ਼ਾਰ, ਹਰਵੇ ਹਰਵੇ ਤਰ ਗਏ ਬੂਢੇ ਜਿਨਸਰ ਪਹਾੜ। ਇਹ ਤੇਰੀ ਬੇੜੀ ਕਮਜ਼ੋਰ ਹੈ, ਜਰਜਰੀ ਹੈ, ਹਜ਼ਾਰਾਂ ਬੁਰਾਈਆਂ ਦੇ, ਔਗੁਣਾਂ ਦੇ, ਵਿਕਾਰਾਂ ਦੇ ਛਿੱਦਰ ਖੁੱਲੇ ਹੋਏ ਨੇ। ਜਿਹੜੇ ਹੋਲੇ ਸਨ ਉਹ ਇਸ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਨੇ,
ਤੇ ਜਿਨ੍ਹਾਂ ਨੇ ਭਾਰ ਲੱਦਿਆ ਸੀ ਉਹ ਡੁੱਬ ਗਏ ਨੇ। ਕਿਉਂਕਿ ਇੱਥੇ ਪਾਰ ਹੋਣਾ ਔਖਾ ਕੰਮ ਹੈ। ਇਸ ਸਮੁੰਦਰ ਦੇ ਵਿੱਚ ਕੇਵਲ ਇਹ ਨਹੀਂ ਕਿ ਤੇਰੀ ਬੇੜੀ ਕਮਜ਼ੋਰ ਹੈ, ਸਗੋਂ ਲੋਭ ਲਹਿਰ ਅਤ ਨੀਜਰ ਬਾਝੈ, ਕਾਇਆ ਡੁੱਬੈ ਕੇਸਵਾ। ਇੱਥੇ ਲੋਭ ਦੀਆਂ ਲਹਿਰਾਂ ਬੜੀਆਂ ਪ੍ਰਬਲ ਹੈ। ਤੇਰੀ ਕਾਇਆ ਡੁੱਬ ਰਹੀ ਹੈ, ਤੇਰਾ ਜੀਵਨ ਡੁੱਬ ਰਿਹਾ ਹੈ, ਤੂੰ ਲੋਭ ਦੇ ਵਿੱਚ ਖਤਮ ਹੋ ਰਿਹਾ ਹੈ। ਔਰ ਬਹੁਤੇ ਲੋਕ ਨੇ ਜਿਹੜੇ ਲੋਭ ਵਿੱਚ ਆ ਕੇ ਸੰਸਾਰ ਦੇ ਵਿੱਚ ਕੰਮ ਕਰਦੇ ਨੇ। ਹਾਏ ਮੇਰੇ ਪੁੱਤਰ, ਪੁੱਤਰਾਂ ਦੇ ਵਾਸਤੇ ਦਿਨ ਰਾਤ ਇੱਕ ਕੀਤਾ, ਉਸ ਤੋਂ ਬਾਅਦ ਫਿਰ ਪੋਤਰਾਂ ਦੇ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ। ਕਈ ਵਾਰੀ ਤਾਂ ਦੇਖਣ ਨੂੰ ਮਿਲਦਾ ਕਿ ਮਨੁੱਖ ਪੂਰੀ ਜ਼ਿੰਦਗੀ ਪੁੱਤਰ ਪੋਤਰਿਆਂ ਦੇ ਵਾਸਤੇ ਕਮਾਉਂਦਾ ਰਹਿੰਦਾ ਹੈ। ਠੀਕ ਹੈ, ਤੂੰ 70-75 ਸਾਲਾਂ ਦਾ ਹੋ ਗਿਆ, ਹੁਣ ਕਿਤੇ ਜੇ ਤੂੰ 80 ਸਾਲ ਜਿਉਣਾ ਤੇ ਕੁਛ ਆਪਣੇ ਵਾਸਤੇ ਵੀ ਕੱਢ ਲੈ। ਜਿਤਨਾ 75 ਸਾਲ ਦੇ ਵਿੱਚ ਤੂੰ ਭਾਰ ਲੱਦਿਆ, ਇਹ 5 ਸਾਲ ਉਸ ਪਰਮਾਤਮਾ ਦੀ ਸਿਫਤ ਕਰ ਲੈ, ਚੱਲ ਤੇਰਾ ਭਾਰ ਹੌਲਾ ਹੋ ਜਾਵੇਗਾ। ਪਰ ਮਨੁੱਖ ਇਹ ਭਾਰ ਹੌਲਾ ਨਹੀਂ ਕਰਦਾ। ਇਸ ਭਾਰ ਨੂੰ ਮਨੁੱਖ ਵਧਾਉਂਦਾ ਜਾ ਰਿਹਾ ਹੈ। ਇਸ ਨੂੰ ਬਾਣੀ ਨੇ ਸਾਨੂੰ ਸਮਝਾਇਆ। ਕਹਿੰਦੇ ਵਿਕਾਰ ਪਾਥਰ ਗਲੇ ਬਾਂਧਿਓ, ਨਿੰਦ ਪੋਟ ਸਰਾਏ। ਮਨੁੱਖ ਦੀ ਉਮਰ ਵਧ ਰਹੀ ਹੈ, ਵਿਕਾਰ ਹੋਰ ਇਹ ਵਧਦੇ ਜਾ ਰਹੇ ਹਨ, ਵਾਸਨਾਵਾਂ ਹੋਰ ਵਧੀਆਂ ਜਾ ਰਹੀਆਂ ਨੇ। ਉਮਰ ਵਧੇ ਵਾਸਨਾਵਾਂ ਘਟਣੀਆਂ ਚਾਹੀਦੀਆਂ, ਵਾਸਨਾਵਾਂ ਹੋਰ ਪ੍ਰਬਲ ਹੋ ਰਹੀਆਂ ਨੇ। ਤੇ ਸਤਿਗੁਰ ਕਹਿੰਦੇ ਨੇ ਵਿਕਾਰ ਪਾਥਰ ਗਲੇ ਬਾਂਧਿਓ, ਨਿੰਦ ਪੋਟ ਸਰਾਏ। ਨਿੰਦ ਦੀ ਪੰਡ ਸਿਰ ਤੇ ਰੱਖੀਏ, ਵਿਕਾਰਾਂ ਦੇ ਪੱਥਰ ਰੱਖੇ ਹੋਏ ਨੇ। ਸਾਗਰ ਸਮੁੰਦ ਲੰਘਣਾ, ਪਾਰ ਨਾ ਪਰਨਾ ਜਾਏ। ਇਹ ਮਹਾਸਾਗਰ ਹੈ, ਇਹ ਸਮੁੰਦਰ ਸੰਸਾਰ। ਇਸ ਨੂੰ ਪਾਰ ਹੋਣਾ ਤੇ ਉਂਝ ਹੀ ਔਖਾ ਹੈ, ਪਰ ਤੇਰਾ ਹੋਣਾ ਔਖਾ ਹੈ ਕਿਉਂਕਿ ਤੂੰ ਭਾਰ ਬੜਾ ਲੱਦਿਆ। ਇਸ ਕਰਕੇ ਕਬੀਰ ਸਾਹਿਬ ਜੀ ਨੇ ਇੱਕ ਵਿਚਾਰ ਸਮਝਾਈ ਕਿ ਏ ਮਨ ਤੇਰੋ ਕੋਏ ਨਹੀਂ, ਖਿੰਚ ਲੇਹ ਜਿਨ ਭਾਰ। ਇਹ ਵਿਚਾਰ ਕਰ ਲਈ ਕਿ ਜਿਸਨੇ ਤੇਰਾ ਭਾਰ ਖਿੰਚਣਾ, ਤੇਰਾ ਕੋਈ ਸੰਸਾਰ ਵਿੱਚ ਹੈ ਨਹੀਂ। ਵਿਰਖ ਵਸੇਰੋ ਪੰਖ ਕੋ ਤੈਸੋ ਇਹ ਸੰਸਾਰ। ਇਹ ਸੰਸਾਰ ਵਿੱਚ ਰਹਿਣਾ ਇੱਦਾਂ ਹੈ ਜਿਵੇਂ ਕਿ ਇੱਕ ਪੰਛੀ ਰੁੱਖ ਤੇ ਰਹਿੰਦੇ ਨੇ। ਵਿਰਖ ਕਹਿੰਦੇ ਨੇ ਰੁੱਖ ਨੂੰ, ਵਸੇਰੋ ਦਾ ਅਰਥ ਹੈ ਵਾਸਾ ਕਰਦੇ ਹਨ। ਤੈਸੋ ਇਹ ਸੰਸਾਰ, ਇੱਦਾਂ ਦਾ ਇਹ ਸੰਸਾਰ ਹੈ। ਜਲ ਕੀ ਭੀਤ ਪਵਨ ਕਾ ਥੰਬਾ, रक्त बूंद का गारा, हाड मास नाड़ी को पिंजर, पंखी वसै विचारा। फरीदा पंख प्राहुणी। ਅਸੀਂ ਪੰਖੀ ਹਾਂ ਸਾਰੇ ਸੰਸਾਰ ਦੇ ਵਿੱਚ, ਪ੍ਰਾਹੁਣੇ ਦੀ ਨਹੀਂ ਆਈ ਹਾਂ। ਔਰ ਸੰਸਾਰ ਬਿਲਕੁਲ ਇਸ ਤਰ੍ਹਾਂ ਹੀ ਹੈ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਮੁੱਲਤ ਪੁੰਨੀ ਚਲਣਾ, ਤੂੰ ਸੰਭਲ ਕਰ ਪਾਰ। ਸਤਿਗੁਰ ਆਖਦੇ ਨੇ ਕਿ ਤੂੰ ਇਸ ਤਰ੍ਹਾਂ ਜਿਵੇਂ ਗੋਇਲ ਹੁੰਦਾ ਗਾਈਆਂ ਚਾਰਨ ਵਾਲੇ ਮਾਹੀ ਲੋਕ, ਜਿਹੜੇ ਪਿੰਡਾਂ ਦੇ ਵਿੱਚ ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਗੁੱਜਰ ਆਦਿ ਹੁੰਦੇ ਸਨ, ਤੇ ਜਦੋਂ ਸੁੱਕਾ ਪੈ ਜਾਣਾ ਤੇ ਉਹਨਾਂ ਨੇ ਆਪਣੇ ਪਸ਼ੂਆਂ ਨੂੰ ਆਪਣੇ ਘਰਾਂ ਤੋਂ ਦੂਰ ਲੈ ਜਾਣਾ ਨਦੀਆਂ ਦੇ ਕਿਨਾਰੇ ਤੇ, ਜਿੱਥੇ ਹਰੀ ਘਾਹ ਹੁੰਦੀ ਸੀ। ਪਰ ਉਹਨਾਂ ਦੇ ਉੱਥੇ ਜਾਣ ਦਾ ਤਰੀਕਾ ਬੜਾ ਪਿਆਰਾ ਸੀ। ਗੁਰੂ ਸਾਹਿਬ ਨੇ ਉਸ ਵਿਚਾਰ ਨੂੰ ਦੱਸਿਆ ਕਿ ਜਦੋਂ ਗੁੱਜਰ ਆਪਣੇ ਮਾਲ ਡੰਗਰ ਲੈ ਕੇ ਨਦੀ ਦੇ ਕਿਨਾਰੇ ਜਾਂਦੇ ਸਨ ਤੇ ਥੋੜ੍ਹਾ ਜਿਹਾ ਸਮਾਨ ਨਾਲ ਲੈ ਜਾਂਦੇ ਸਨ, ਸਾਰਾ ਸਮਾਨ ਨਹੀਂ ਲੈ ਜਾਂਦੇ ਸਨ। ਉਹਨਾਂ ਨੂੰ ਲੋਕ ਪੁੱਛਦੇ ਸਨ, ਭਾਈ ਘਰ ਦੇ ਵਿੱਚ ਬਾਕੀ ਸਮਾਨ ਛੱਡ ਦਿੱਤਾ, ਕੁਝ ਸਮਾਨ ਬਣਿਆ? ਆਖਣ ਲੱਗਾ, ਘਰ ਦੇ ਵਿੱਚ ਵਾਪਸ ਜੋ ਆਉਣਾ ਹੋਇਆ, ਉੱਥੇ ਤਾਂ ਅਸੀਂ ਕੁਝ ਦਿਨ ਵਾਸਤੇ ਜਾ ਰਹੇ ਹਾਂ। ਇਸ ਕਰਕੇ ਉਹ ਥੋੜ੍ਹਾ ਸਮਾਨ ਲੈ ਕੇ ਜਾਂਦੇ ਸਨ, ਵਰਤਨਯੋਗ। ਕਿਉਂਕਿ ਜਦੋਂ ਬਰਸਾਤਾਂ ਸ਼ੁਰੂ ਹੋ ਗਈਆਂ, ਘਾਹ ਮਿਲ ਗਈ, ਉਸ ਤੋਂ ਬਾਅਦ ਉਹਨਾਂ ਨੇ ਆਪਣੇ ਘਰ ਵਾਪਸ ਆ ਜਾਣਾ ਹੁੰਦਾ ਸੀ। ਇਸ ਤਰ੍ਹਾਂ ਕਹਿੰਦੇ ਉਹਨਾਂ ਕੋਲ ਸਜੋ, ਕਹਿੰਦੇ ਤੂੰ ਕਿਤੇ ਜੁਗਤ ਸਿੱਖ ਲੈ। ਗੋਇਲ ਆਇਆ ਗੋਇਲੀ, ਕਿਆ ਤਿਸ ਡੰਫ ਪਸਾਰ। ਕਿਉਂ ਤੂੰ ਸੰਸਾਰ ਦਾ ਇਹ ਪਸਾਰਾ ਪਸਾਰ ਕੇ ਬੈਠਾ ਹੋਇਆ। ਮੁੱਲਤ ਪੁੰਨੀ ਚੱਲਣਾ, ਜਦੋਂ ਕਿ ਉੱਥੋਂ ਹੁਕਮ ਆ ਜਾਣਾ ਤੇ ਤੈਨੂੰ ਜਾਣਾ ਪੈਣਾ।
और ਜਿਹੜੇ ਤੂੰ ਘਰ-ਬਾਰ ਸੰਭਾਲ ਕੇ ਬੈਠਾ ਨਾ, ਇਹ ਸਾਰੇ ਛੱਡਣੇ ਪੈਣੇ ਨੇ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਸਾਨੂੰ ਇਹ ਵਿਚਾਰਾਂ ਦੱਸੀਆਂ ਔਰ ਸਤਿਗੁਰੂ ਜੀ ਨੇ ਇੱਥੇ ਤੱਕ ਸਮਝਾਇਆ ਕਿ ਅਸੀਂ ਸਾਰੇ ਸੰਸਾਰ ਦੇ ਵਿੱਚ ਜੰਤ ਹਾਂ ਔਰ ਸਾਰਿਆਂ ਨੇ ਇੱਕ ਦਿਨ ਛੱਡ ਕੇ ਅਸੀਂ ਪੰਛੀਆਂ ਨੇ ਇਸ ਸੰਸਾਰ ਤੋਂ ਤੁਰ ਜਾਣਾ, ਚਲੇ ਜਾਣਾ। ਔਰ ਹੈਰਾਨੀ ਦੀ ਗੱਲ ਪਿਆਰ ਵਾਲਿਓ ਕਿ ਮਨੁੱਖ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਪਰ ਇਸ ਦੁਨੀਆ ਇੱਕ ਸੋਹਣਾ ਬਾਗ ਹੈ, ਪਰ ਇਸ ਬਾਗ ਦੇ ਵਿੱਚ ਮਨੁੱਖ ਪੂਰੀ ਜ਼ਿੰਦਗੀ ਫਸਿਆ ਰਹਿੰਦਾ ਹੈ, ਆਪਣੇ ਆਪ ਨੂੰ ਪਰੋਣਾ ਨਹੀਂ ਸਮਝਦਾ, ਜਾਣ ਵਾਲਾ ਨਹੀਂ ਸਮਝਦਾ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਾਰਿਆਂ ਨੇ ਜਾਣਾ। ਵਿਰਖ ਹੈ ਏਕ, ਇੱਕ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਇਸ ਸੰਸਾਰ ਰੂਪੀ ਬਾਗ ਦੇ ਵਿੱਚ ਜੰਤ ਇਕੱਠੇ ਹੋਏ ਨੇ, ਅਸੀਂ ਸਾਰੇ ਜੰਤ ਹੀ ਥੇ। ਉਹਨਾਂ ਵਿੱਚ ਕੁਝ ਤੱਤੇ ਬੋਲਦੇ ਨੇ, ਕੁਝ ਮਿੱਠੇ ਬੋਲਦੇ ਨੇ, ਕੁਝ ਕੌੜਾ ਬੋਲਦੇ ਨੇ, ਕੁਝ ਮਿੱਠਾ ਬੋਲਦੇ ਨੇ, ਕੁਝ ਗਾਲਾਂ ਕੱਢਦੇ ਨੇ, ਕੁਝ ਪਿਆਰ ਦੀਆਂ ਗੱਲਾਂ ਕਰਦੇ ਨੇ। ਵਿਰਖ ਹੈ ਹੇਤ ਸਭ ਜੰਤ ਇਕੱਠੇ, ਇੱਕ ਬੋਲੇ ਇੱਕ ਬੋਲਣ ਤੱਤੇ, ਇੱਕ ਬੋਲਣ ਮਿੱਠੇ। ਅਸਤ ਉਦੋਤ, ਅਸਤ ਉਦੋਤ, ਅਸਤ ਦਾ ਅਰਥ ਹੁੰਦਾ ਨਿਕਲਣਾ, ਉਦੋਤ ਦਾ ਅਰਥ ਹੈ ਛੁਪਣਾ। ਅਸਤ ਉਦੋਤ ਪਹਿ ਉੱਠ ਚੱਲੇ, ਜੋ ਜੋ ਓਦ ਬਿਹਾਨੀਆਂ। ਸੂਰਜ ਨਿਕਲਦਾ ਹੈ, ਜਿਵੇਂ ਜਿਵੇਂ ਕਿਸੇ ਦੀ ਉਮਰ ਪੂਰੀ ਹੁੰਦੀ ਹੈ ਸੰਸਾਰ ਦੇ ਵਿੱਚ ਉਹ ਛੱਡ ਕੇ ਚਲਾ ਜਾਂਦਾ ਹੈ। ਬਾਣੀ ਨੇ ਬੇਅੰਤ ਫਰਮਾਨ ਦਿੱਤੇ ਔਰ ਮਨੁੱਖ ਨੂੰ ਕਿਹਾ ਤੂੰ ਪੰਛੀਆਂ ਦੀ ਤਰ੍ਹਾਂ ਹੈ, ਤੂੰ ਰੁੱਖ ਦੇ ਇੱਥੇ ਇਕੱਠਾ ਹੋਇਆ, ਸੰਸਾਰ ਰੂਪੀ ਬਾਗ ਦੇ ਵਿੱਚ ਇਕੱਤਰ ਹੋਇਆ। ਇੱਕ ਦਿਨ ਸੰਸਾਰ ਤੋਂ ਜਾਣਾ, ਚਲੇ ਜਾਣਾ। ਇੱਥੇ ਸਦੀਵ ਕਾਲੀ ਕਿਸੇ ਦਾ ਟਿਕਾਣਾ ਨਹੀਂ ਰਿਹਾ। ਕੁਝ ਸਮੇਂ ਦੇ ਸਾਰੇ ਅਸੀਂ ਪ੍ਰਾਹੁਣੇ ਹਾਂ, ਪਰ ਇਹ ਖਿਆਲ ਕਰਨਾ ਸੰਸਾਰ ਲੱਗਦਾ ਬੜਾ ਸੁੰਦਰ ਹੈ, ਇਹ ਮਾਇਆ ਲੱਗਦੀ ਬੜੀ ਪਿਆਰੀ ਹੈ। ਪਰ ਗੁਰਬਾਣੀ ਕਹਿੰਦੀ ਹੈ ਕਿ ਮਾਇਆ ਮਮਤਾ ਮੋਹਣੀ, ਜਿਨ ਬਿਨ ਦੰਤਾਂ ਜਗ ਖਾਇਆ। ਇਹ ਮਾਇਆ ਤੈਨੂੰ ਮੋਹ ਰਹੀ ਹੈ, ਪਰ ਇਸ ਮਾਇਆ ਨੇ ਸੰਸਾਰ ਨੂੰ ਦੰਦਾਂ ਤੋਂ ਬਿਨਾਂ ਹੀ ਛਕ ਲਿਆ ਹੈ। ਮਹਾਰਾਜ ਕੌਣ ਨੇ ਜਿਹੜੇ ਖਾਦੇ ਗਏ ਨੇ? ਕਹਿੰਦੇ ਮਨਮੁਖ ਖਾਦੇ, ਗੁਰਮੁਖ ਉਬਰੇ, ਜਿਨੀ ਸੱਚ ਨਾਮ ਚਿਤਲਾਇਆ। ਮਨ ਦੇ ਪਿੱਛੇ ਤੁਰਨ ਵਾਲੇ ਖਾਦੇ ਗਏ, ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਨੇ ਸੱਚੇ ਨਾਮ ਦੇ ਵਿੱਚ ਮਨ ਨੂੰ ਜੋੜਿਆ। ਇਹ ਕੰਮ ਹੈ ਬੜਾ ਔਖਾ, ਪਰ ਸੰਸਾਰ ਦੀਆਂ ਚੀਜ਼ਾਂ ਨਾਲ ਮਨ ਜੋੜਿਆ ਜਾ ਸਕਦਾ ਹੈ, ਪਰ ਨਿਰੰਕਾਰ ਨਾਲ ਬੜਾ ਔਖਾ ਹੈ, ਬੜਾ ਔਖਾ ਹੈ। ਇਸ ਕਰਕੇ ਬਾਬਾ ਫਰੀਦ ਜੀ ਅਗਲੀ ਵਿਚਾਰ ਬੜੀ ਪਿਆਰੀ ਸਮਝਾ ਰਹੇ ਨੇ ਕਿ ਜਿੱਥੇ ਤੂੰ ਸੰਸਾਰ ਦੇ ਵਿੱਚ ਪੰਛੀਆਂ ਦੀ ਡਾਰਾਂ ਦੇ ਵਾਂਗ ਤੂੰ ਵੀ ਇੱਕ ਡਾਰ ਹੈ ਨਾ, ਪੰਛੀਆਂ ਦੇ ਵਿੱਚ ਪ੍ਰਾਹੁਣਾ ਹੈ, ਸੰਸਾਰ ਦੇ ਵਿੱਚੋਂ ਚਲੇ ਜਾਣਾ। ਕਦੋਂ ਚਲੇ ਜਾਣਾ? ਨੌਬਤ ਵਜੀ ਸੁਬਹ ਸੋ ਚਲਨ ਕਾ ਕਰ ਸਾਜ। ਨੌਬਤ, ਨੌਬਤ ਦਾ ਅਰਥ ਹੁੰਦਾ ਤੋਸਾ। ਵਜੀ ਦਾ ਅਰਥ ਹੈ ਵੱਜਾ ਹੈ। ਸੁਬਹ ਸੋ, ਸੁਬਹ ਦਾ ਅਰਥ ਹੈ ਜ਼ਿੰਦਗੀ ਦੇ ਸ਼ੁਰੂਆਤ ਤੋਂ ਹੀ। ਸੁਬਹ ਦਾ ਅਰਥ ਵਡੇਪਾ ਨਹੀਂ ਹੋਏਗਾ, ਸੁਬਹ ਦਾ ਅਰਥ ਹੈ ਜਨਮ ਤੋਂ। ਸ਼ਾਮ ਕਹਿੰਦੇ ਨੇ ਜ਼ਿੰਦਗੀ ਜਦੋਂ ਖਤਮ ਹੋਣ ਨੂੰ ਹੁੰਦੀ ਹੈ। ਇਸ ਦਾ ਅਰਥ ਹੈ ਕਿ ਜਦੋਂ ਤੋਂ ਤੇਰਾ ਜਨਮ ਹੋਇਆ ਨਾ, ਉਸ ਵੇਲੇ ਤੇ ਹੀ ਧੋਸਾ ਵਜਾ ਹੋਇਆ ਹੈ। ਇਹ ਧੋਸਾ ਉਸ ਵੇਲੇ ਹੀ ਵੱਜ ਗਿਆ ਸੀ ਕਿ ਜਦੋਂ ਤੂੰ ਸੰਸਾਰ 'ਚ ਆਇਆ ਸੀ। ਮਰਨ ਲਿਖਾਏ ਮੰਡਲ ਮੈਂ ਆਏ, ਮੌਤ ਲਿਖਵਾ ਕੇ ਆਇਆ, ਔਰ ਮੌਤ ਹਰ ਵੇਲੇ ਤੇਰੇ ਸਿਰ ਤੇ ਮੰਡਰਾ ਰਹੀ ਹੈ। ਕਾਲ ਵਿਆਲ ਜੋ ਪਰਿਓ ਡੋਲੇ, ਮੁਖ ਪਸਾਰੈ ਮੀਚ। ਜਦੋਂ ਤੋਂ ਜਨਮ ਹੋਇਆ ਇਹ ਕਾਲ ਤੇਰੇ ਸਿਰ ਤੇ ਬੈਠਾ ਹੈ, ਔਰ ਇਸ ਮੌਤ ਰੂਪੀ ਸੱਪ ਨੇ ਵੱਡਾ ਮੂੰਹ ਅੱਡਿਆ ਹੋਇਆ। ਕਾਲ ਵਿਆਲ ਜੋ ਪਰਿਓ ਡੋਲੇ, ਮੁਖ ਪਸਾਰੇ ਮੀਚ। ਆਜ ਕਾਲ ਫੁਨ ਤੋਹੇ ਗ੍ਰਸ ਹੈ, ਸਮਝ ਰੱਖਿਓ ਚੀਜ਼। ਸਤਿਗੁਰ ਕਹਿੰਦੇ ਅੱਜ ਨਹੀਂ ਤੇ ਕੱਲ ਇਸ ਕਾਲ ਰੂਪੀ ਸੱਪ ਨੇ ਤੈਨੂੰ ਡਸ ਲੈਣਾ, ਖਾ ਜਾਣਾ। ਇਹ ਗੱਲ ਸਮਝ ਲਈ ਚੰਗੀ ਤਰੀਕੇ ਨਾਲ।
ये विचार कर लें जीवन में, अज नहीं तो कल इस मौत रूपी कल ने धन गुरु तेग बहादुर आखते ने कि इसने खा जाना। जिस दिन जन्म होया सी उस दिन नाल मौत उस दिन पिछा कर रही है। असी भुलेखे विच हां और उस दिन मौत मनुख नूं आ जाती है, क्योंकि मौत नाल ही सी। जदों मौत नूं तीन चीज़ां इकट्ठियां हो जाण, वो स्थान आ जाए, वो समा आ जाए, तीजी गल है कारण बन जाए। मौत रूपी बिल्ली पिछे पिछे है, इसने में झपट्टा ही मारना है। और ये तीन चीज़ां इकट्ठियां होण, वो समा आ गया, कारण बन गया, वो थां जिथे कि तेरा अंत वेला लिखा होया बस। और मनुख एडा गाफल है, एडा गाफल है कि मौत नूं चेते नहीं कर रहा, वो याद ही नहीं है। जिहड़ी चीज़ इस दे नाल चलती आ रही है ना, मौत जन्म तो, क्योंकि जदों मौत आउंदी है ना, इस करके बाणी ने स्पष्ट आख्या, नह बारिक नह जोब न विड़थी कछ बंद, ओ बेरा ना बूझिया जब आए पर गल फंद। उसने वेला नहीं पूछना कोई भी, ना बचपना देखना, ना जवानी देखनी, ना बुढ़ेपा देखना, कोई लिहाज नहीं करना बच्चे का, कोई लिहाज नहीं करना जवानी का, ना बुढ़ेपे विच। महाराज कहने जिस दिन तेरा जन्म होया सी उस दिनों तो ही यह धोसा बजदा आ रहा है मौत का, भी ये गल उस दिन तो ही है कि जिंदगी रूपी रात कट के तुर जाना। ये गल उस वेले तो नाल चलती आ रही है तेरे। चलन का कर साज हे फरीद, इथों चलन की तैयारी कर। ख्याल करना, मनुख ने किसी यात्रा तो जाना होवे ते तैयारी करदा है, पर जिहड़ी यात्रा असली है उसकी तैयारी कोई नहीं। इस करके गुरु अर्जन देव जी के वचन मैं थोड़े नाल साझे किए कि महाराज आखदे ने, सरंजाम लाग भवजल तरन कह, जन्म विड़था जात रंग माया कह। कि हे भाई इंतजाम दे विच लग जा इस भवसागर दे तरन वास्ते। इत्थे मालक ने चलन का कर साज, चलन की तैयारी कर। चलन की तैयारी, मौत आएगी चले जावांगे, तैयारी की इत्थे की लोड़ है। पर मारे कहते तैयारी बगैर जाएगा तो उस औखे टाइम के अंदर जिन्हां नाल सांझ बनाई है उन्होंने साथ नहीं देना, और जिसने साथ देना है उसकी तैयारी कोई नहीं। ये तैयारी वास्ते गुरु साहब ने कहा बंदे नूं कि प्राणी तू आया लाहा लैन, लगा कित को पकड़े सब मुगदी चली रहन। जब महाराज कहते ने, आयो सुनन पढ़न को बाणी, नाम विसार लगे अन लालच बिरथा जन्म प्राणी। गुरु साहब कहते तैयारी कर लै, भजो गोबिंद भूल मत जाहो, मानस जन्म का यही लाभ। भज लै परमात्मा नूं, क्योंकि यही लाभ है मनुखा जीवन का, यही लाभ है। जब लग जरा रोग नहीं आया, जब लग काल ग्रसी नहीं काया, जब लग विकल्प ही नहीं बाणी, भजले रे मन सारंग पाणी। अब ना भजस भजस भाई आवे अंत ना भजया जाए। साधु कहने जो अंत आना भजया नहीं जाना, अंत ने आना जो। इस करके चलन की तैयारी रख। ऐसा ना हो तो आखें भी जो उस वेले कर लवांगे तैयारी, नहीं भाई तैयारी पहला कर। जिवें भाई गुरदास जी ने बड़े प्यारे वचन किए कि नगर दे विच अग लग गई और बंदा आखदा कि हुण मैं खूह पुटांगा, पानी कड्डांगा तां बुझावांगा। कहने हुण अग नूं बुझा नहीं सकदा, क्योंकि जिन्ना चिर तू खूह पुटेगा पानी कड्डेगा उन्ना चिर ते पूरा नगर नूं साड़ के सुआह कर देवेगी। तो आखें कि संग्राम पाओ कि युद्ध सिर ते आ गया है, लोग चढ़ के आ गए ने, तो हुण मैं युद्ध विच विद्या सिखांगा। और भाई गुरदास जी लिखते ने, उस वेले तू आखे भी मैनू अभ्यास कर लैन दो, तो उस वेले तू हार जाएगा, परम पदवी नहीं हासिल कर सकता। जैसे संग्राम समय सिखियो चाहे वीर विद्या, अनर्था उद्यम जैद पदवी ना पाइए, जेतू नहीं होएगा। और तीजी उदाहरण देती कि रात नूं कुछ लोग यात्रू तुरे ने, भाई गुरदास जी कहते हैं सारे टाइम
इसने भी तैयारी की सी, पर इसने सोचा आराम नाल उठ के और चल पवांगे, पर वो 4 बजे उठ के उन्होंने पूरी तैयारी सी, चले गए। ये 6 बजे उठिया तो हुण आले दुआले वेखदा कि जिन्हां दे नाल यात्रा ते जाना सी वो तो तुर भी गए ने। हुण ये कहना मैं समान इकट्ठा कर लवां। हुण समान इकट्ठा करेगा तो वो यात्रु तुर गए ने, ये उन्हां दा साथी नहीं बन सकता। गुरबाणी आखदी है कि हुण तैनूं मौका मिलिया है, यही तेरी ओसर, यही तेरी वार, घट भीतर तू देख विचार। अब ना भजस भजस कब पाई आवे अंत, ना भजया जाई जदों अंत वेला आ जाना, फिर नहीं जे भजया जाना। इस करके चलन की तैयारी रख। चलन की तैयारी की करनी है? जीवन दे विचों टोहे टिब्बे जिहड़े बन गए सन उन्होंने मिटाना है। मेर तेर नूं जीवन विचों खत्म करदा है, अपने आप नूं उच्चा होना ते दूजे नूं नीवा समझना, ये विचारधारा मुकानी है। इत्थे चलन की तैयारी कर, नहीं तो रहन गवाई सोए कै दिवस गवाया खाए, हीरे जैसा जन्म है कोडी बदले जाए, नाम ना जानिया राम का मूड़े, फिर पाछे पछतारे। मूर्खा तैनूं पछतावा करना पैना है। बंदा समझदा नहीं, तैयारी नहीं करता। बाबा फरीद जी इत्थे समझा रहे ने, कहते ने मौत सिर ते है, ये टोहे टिब्बे दूर करके तू अपने तुरन की तैयारी कर। वो साजो समाग तैयार कर लै जिहड़ा तैनूं नाल चाहीदा है। क्योंकि उस रस्ते ते जान लग्या जह मात पिता सुत मीत ना पाई, मन नाम उहां तेरे संग सहाई। जय मुश्किल होवे अत भारी, हर को नाम खिन माहे उदारी। ज्ञान ध्यान किछ कर्म न जाना, नाहन निर्मल करनी, साध संगत कै अंचल लाभो, विखम नदी जाए तरनी। वो औखी नदी तर जाएगा तो अपनी तैयारी कर, साध संगत का पल्ला फड़ के अपनी तैयारी कर सत्संगत विचों, गुरु के संग विचों। फिर अगले वचन कीते कि वो तैयारी किवें होवे। हुण मनुख सवाल करता है कि वो जिहड़ा साजो समान तैयार करना है, जिहड़ा कि अगे मेरे काम आना है, वो मिलता कदों है, उसका वेला की है। तो बाबा फरीद जी ने बड़े प्यारे वचन अगे कीते, कहन लगे, फरीदा रात कथूरी वंडी है, सुत्या मिलै ना पहाओ। आखन लगे, हे फरीद, वो जिहड़ी तैयारी है ना, वो रात नूं हो सकती है। रात दे एकांत विच कस्तूरी वंडी जाती है। जिहड़ी वस्त की अगे लोड़ है, जिहड़ा समान अगे चाहिदा है, साजो समान। देखो एक छोटी जी यात्रा ते जाना होवे, असीं कितनी तैयारी करते हैं। कोई हरबंदर साहब यात्रा ते जाण नूं कहंदा है, कोई दरबार साहब जांदा है, कोई हजूर साहब जांदा है, पटना साहब जांदा, किते होर जांदा है, उस तैयारियां करता है। पहला टिकटा बुक करांदा है, फिर अपने साजो समान तैयार करता है भी किहड़ी किहड़ी चीज़ां नाल लैके जानियां ने, किहड़ी किहड़ी चीज़ां की उत्थे जरूरत पैनी है। बंदा कपड़े भी तैयार करता है, बंदा पैसे भी इकट्ठे करता है, होर साजो समान इकट्ठा करता है। एक यात्रा के वास्ते मनुख सब कुछ इकट्ठा कर लैंदा है। गुस्ताखी माफ, जिहड़ी असल यात्रा है उसकी मनुख तैयारी नहीं करता, वो रहरास इकट्ठी नहीं करता। रहरास का अर्थ है राह की पूंजी, राह की रास, रास वंश पूंजी, रस्ते की पूंजी तैयारी करनी सी। इस पूंजी नूं तैयार करने वास्ते जो दुकान खुलती है या ये कारोबार जिहड़ा शुरू होंदा है, ये रात दे विच इसकी तैयारी हो सकती है। फरीदा रात कथूरी वंडिए, सुत्या मिलै न पाओ। रात के एकांत विच कस्तूरी वंडी दी है। रात के एकांत वेले भजन की सुगंधी पैदा होंदी है। और हैरानी की गल, माफ़ करना, साडे वर्गे बंदियां की हालत यह है, गुस्ताखी माफ क्योंकि गल थोड़ी कौड़ी है। उस मालक की कायनात नूं वेखो कि जिहड़े पंछी ने जदों शाम हुंदी है वो अपने टिकाणिਆਂ ਵੱਲ तुर पैंदे ਹਨ, और शाम सूरज ਡਿੱਬਦੇ ਸਾਰ उन्हां दी चहचाहट बंद हो जाती है, बोलना बंद हो जाता है। तो मनुख नूं
ਤਾਂ ਅੱਧੀ 2-2 ਵਜੇ 3-3 ਵਜੇ ਤੱਕ ਵੀ ਇਹ ਬੋਲਦਾ ਰਹਿੰਦਾ ਹੈ, ਜਾਗਦਾ ਰਹਿੰਦਾ ਹੈ। ਕਿਤੇ ਅਸੀਂ ਪੰਛੀਆਂ ਕੋਲੋਂ ਸਿੱਖ ਲਈਏ ਕਿ ਜਦੋਂ ਸ਼ਾਮ ਦਾ ਵਕਤ ਹੋਇਆ ਉਹਨਾਂ ਨੇ ਆਪਣੀ ਚਹਿਚਾਹਟ ਬੰਦ ਕਰ ਲਈ, ਬੋਲਣਾ ਬੰਦ ਕਰ ਦਿੱਤਾ, ਇਕਾਂਤ ਹੋ ਗਏ, ਇਕਾਗਰ ਹੋ ਗਏ। ਜਦੋਂ ਸਵੇਰ ਹੋਈ ਚਿੜੀ ਚਹੋਕੀ ਪਉ ਫੁੱਟੀ, ਵਗਨ ਬਹੁਤ ਤਰੰਗ। ਜਦੋਂ ਸਵੇਰ ਹੋਈ ਪੰਛੀ ਉੱਠ ਗਏ, ਉੱਠ ਕੇ ਚਹਿਚਾਹਟ ਸ਼ੁਰੂ ਹੋ ਗਈ, ਉਹਨਾਂ ਨੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਤੁਸੀਂ ਆਖੋਗੇ ਪੰਛੀ ਵੀ ਗੁਣ ਗਾਉਂਦੇ ਨੇ? ਤੇ ਮੇਰੇ ਗੁਰੂ ਨਾਨਕ ਦੇ ਘਰੋਂ ਪੈਗਾਮ ਆਇਆ, ਸਤਿਗੁਰੂ ਕਹਿੰਦੇ ਨੇ ਹਾਂ ਭਾਈ ਪੰਛੀ ਵੀ ਗੁਣ ਗਾਉਂਦੇ ਹੈ, ਪੰਛੀ ਵੀ ਪਰਮਾਤਮਾ ਦੀ ਸਿਫਤ ਕਰਦੇ ਨੇ। ਸਤਿਗੁਰੂ ਨੇ ਲਿਖਿਆ ਬਾਣੀ ਵਿੱਚ, ਜੋ ਬੋਲਤ ਹੈ ਮਰਗ ਮੀਨ ਪੰਖੇਰੂ, ਸੋ ਹਰ ਜਾਪਤ ਹੈ ਨਹੀਂ ਹੋਰ। ਜਿਹੜੇ ਮੀਨ ਮੱਛੀ ਪੰਛੀ ਬੋਲ ਰਹੇ ਨੇ, ਇਹ ਵੀ ਤਾਂ ਹਰੀ ਪਰਮਾਤਮਾ ਦਾ ਨਾਮ ਜਪ ਰਹੇ ਹੈ। ਇਹ ਬੋਲ ਵੀ ਤੇ ਖੁਦਾ ਦੇ ਬੋਲ ਨੇ, ਇਹ ਖੁਦਾ ਨੂੰ ਜਪ ਰਹੇ ਨੇ, ਇਹ ਰੱਬ ਰੱਬ ਕਰ ਰਹੇ ਨੇ। ਕਿਤੇ ਉਹਨਾਂ ਕੋਲੋਂ ਹੀ ਸਿੱਖ ਲੈ। ਚਿੜੀ ਚਹੋਕੀ ਪਹੁ ਫਟੀ, ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ, ਨਾਨਕ ਨਾਮੈ ਰੰਗ। ਇਹ ਜਿਹੜੇ ਸੰਤ ਜਨ ਜਿਹੜੇ ਨੇ, ਗੁਰਮੁਖ ਪਿਆਰੇ ਜਿਹੜੇ ਨੇ, ਉਹ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਰਾਤ ਦੇ ਇਕਾਂਤ ਵੇਲੇ ਭਜਨ ਦੀ ਸੁਗੰਧੀ ਪੈਦਾ ਹੁੰਦੀ ਹੈ, ਉਸ ਵੇਲੇ ਉਹ ਸੁਗੰਧੀ ਇਕੱਠੀ ਕਰਦੇ ਨੇ ਤੇ ਕਹਿਣ ਲੱਗੇ, ਬਾਬਾ ਫਰੀਦ ਜੀ ਜਦੋਂ ਸੁਗੰਧੀ ਵੰਡੀ ਜਾਂਦੀ ਹੈ ਉਸ ਵੇਲੇ ਤੂੰ ਕੀ ਕਰ ਰਿਹਾ? ਸੁੱਤਿਆਂ ਮਿਲੈ ਨਾ ਪਾਓ, ਤੂੰ ਸੁੱਤਾ ਰਹਿਣਾ। ਤੇ ਜੋ ਸੁੱਤੇ ਰਹਿਣ ਉਹਨਾਂ ਨੂੰ ਇਸ ਵਿੱਚੋਂ ਹਿੱਸਾ ਨਹੀਂ ਮਿਲਦਾ। ਇਹ ਨਾਮ ਦਾ ਲੰਗਰ ਵਰਤ ਰਿਹਾ ਅੰਮ੍ਰਿਤ ਵੇਲੇ, ਭਜਨ ਦੀ ਸੁਗੰਧੀ ਵਰਤ ਰਹੀ ਹੈ, ਔਰ ਜਿਹੜੇ ਸੁੱਤੇ ਰਹਿ ਗਏ ਨੇ ਗੁਸਤਾਖੀ ਮੁਆਫ, ਉਹਨਾਂ ਨੂੰ ਇਸ ਵਿੱਚੋਂ ਹਿੱਸਾ ਨਹੀਂ ਮਿਲਣਾ। ਜਿਹੜੇ ਜਾਗਣਗੇ ਉਹੀ ਇਹ ਦਾਤ ਪ੍ਰਾਪਤ ਕਰਨਗੇ। ਜਿਹੜੇ ਅਗਿਆਨਤਾ ਦੇ ਵਸੀ ਪੈ ਰਹੇ ਪੂਰੀ ਜ਼ਿੰਦਗੀ, ਜਿਨ੍ਹਾਂ ਨੇ ਗਿਆਨ ਹਾਸਲ ਹੀ ਨਹੀਂ ਕੀਤਾ, ਜਿਹੜੇ ਅਧਿਆਤਮ ਦੇ ਮਾਰਗ ਤੇ ਤੁਰੇ ਹੀ ਨਹੀਂ, ਗੁਸਤਾਖੀ ਮੁਆਫ, ਉਹਨਾਂ ਨੂੰ ਇਹ ਕਸਤੂਰੀ ਜਿਹੜੀ ਹੈ ਭਜਨ ਦੀ ਸੁਗੰਧੀ ਪ੍ਰਾਪਤ ਨਹੀਂ ਹੁੰਦੀ। ਜਾਗਣਾ ਪੈਣਾ ਹੈ। ਔਰ ਗੁਰੂ ਸਾਹਿਬ ਨੇ ਕਿਹਾ, ਕਹਿੰਦੇ ਨੇ, ਜਾਗਣਾ ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਣਾ। ਜੇ ਜਾਗਣਾ ਤਾਂ ਪਰਮਾਤਮਾ ਦੀ ਕੀਰਤੀ ਵਿੱਚ ਜਾਗ। ਪਰ ਅੱਜ ਦਾ ਮਨੁੱਖ ਮੋਬਾਈਲਾਂ ਵਿੱਚ, ਅੱਜ ਦਾ ਮਨੁੱਖ ਹੋਰ ਵਿਸ਼ੇ ਵਿਕਾਰੇ ਵਾਲੀ ਚੀਜ਼ਾਂ ਵਿੱਚ ਜਾਗ ਰਿਹਾ। ਪਾਠ ਵਾਸਤੇ ਨਹੀਂ ਜਾਗਦਾ, ਭਜਨ ਵਾਸਤੇ ਨਹੀਂ ਜਾਗਦਾ, ਕੀਰਤਨ ਵਾਸਤੇ ਨਹੀਂ ਜਾਗਦਾ, ਬਾਣੀ ਦੇ ਵਿਚਾਰ ਕਰਨ ਵਾਸਤੇ ਨਹੀਂ ਜਾਗਦਾ। ਕਦੀ ਹੱਥ ਵਿੱਚ ਰੱਬ ਨੇ ਇਸ ਦਾਤਾਂ ਦਿੱਤੀਆਂ, ਮੋਬਾਈਲ ਦਿੱਤਾ ਹੈ, ਲੈਪਟੋਪ ਦਿੱਤਾ ਹੈ, TV ਦਿੱਤਾ, ਇਹਨਾਂ ਵਿੱਚੋਂ ਕੋਈ ਸ਼ੁਭ ਚੀਜ਼ ਕਿਤੇ ਪ੍ਰਾਪਤ ਕਰ ਲੈਂਦਾ। ਕਿਤੇ ਲੈਪਟੋਪ ਦਿੱਤਾ ਹੈ, ਕਈ ਮੈਨੂੰ ਪੁੱਛਦੇ ਨੇ ਕਿ ਸਹਿਜ ਪਾਠ ਹੋ ਸਕਦਾ? ਕਿਉਂ ਨਹੀਂ ਹੋ ਸਕਦਾ? ਮੈਂ ਬੇਨਤੀ ਕਰਾਂ, ਯਤਨ ਕਰੋ, ਲੈਪਟੋਪ ਤੋਂ ਸਹਿਜ ਪਾਠ ਕਰੋ। ਤੁਹਾਡੇ ਕੋਲ ਮੋਬਾਈਲ ਨੇ, ਉਹਨਾਂ ਤੋਂ ਸਹਿਜ ਪਾਠ ਕਰੋ। ਤੁਹਾਡੇ ਕੋਲ TV ਹੈ, TV 'ਤੇ ਸਾਫ਼ ਸਵੇਰੇ ਪ੍ਰੋਗਰਾਮ ਪ੍ਰਸਾਰਨ ਹੋ ਰਹੇ ਨੇ, ਉਹਨਾਂ ਨੂੰ ਸਰਵਣ ਕਰੋ। ਬਾਣੀ ਜਿਹੜੀ ਹੈ ਉਹ ਸਾਡੇ ਹਿਰਦੇ 'ਚ ਵਸਣੀ ਚਾਹੀਦੀ, ਸਾਡੇ ਹਿਰਦੇ ਤੱਕ ਪਹੁੰਚਣੀ ਚਾਹੀਦੀ ਹੈ। ਔਰ ਸੰਸਾਰ ਜਿਹੜਾ ਸੁੱਤਾ ਪਿਆ, ਸੁੱਤਾ ਹੋਇਆ ਕਿਵੇਂ ਪ੍ਰਾਪਤ ਕਰੇਗਾ? ਤਾਂ ਹੀ ਤਾਂ ਕਬੀਰ ਸਾਹਿਬ ਨੇ ਆਖਿਆ ਸੀ, ਕਹਿੰਦੇ ਨੇ, ਦੇਖਦਾ ਹਾਂ ਕਿ ਸੰਸਾਰ ਦੇ ਵਿੱਚ, ਕਹਿੰਦੇ, ਲੋਕ ਸੁੱਤੇ ਪਏ ਨੇ। ਓਹਲੀ ਮਾਲਨੀ ਹੈ ਇਹ, ਸਤਿਗੁਰ ਜਾਗਤਾ ਹੈ ਦੇਵ। ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਓ। ਓਹਲੀ ਮਾਲਨੀ ਹੈ ਇਹ, ਸਤਿਗੁਰ ਜਾਗਤਾ ਹੈ ਦੇਵ। ਔਰ ਜਾਗਦੇ ਦੇ ਨਾਲ ਸੁੱਤੇ ਦਾ ਸੰਬੰਧ ਨਹੀਂ ਬਣ ਸਕਦਾ। ਗੁਰਸਿੱਖੋ ਜਾਗੋ ਕਿਤੇ, ਸੁੱਤਿਆਂ ਮਿਲੈ ਨਾ ਪਾਓ। ਇਹ ਸੁੱਤਿਆਂ ਸੁਗੰਧੀ ਦੇ ਵਿੱਚੋਂ ਭਾਵ ਦਾ ਅਰਥ ਹੈ ਇੱਥੇ ਹਿੱਸਾ ਨਹੀਂ ਮਿਲਣਾ। ਜਿਹੜਾ ਸਾਡਾ ਹਿੱਸਾ ਹੈ ਨਾ, ਅਸੀਂ ਜਾਗਾਂਗੇ ਤਾਂ ਹੀ ਇਸ ਵਿੱਚੋਂ ਹਿੱਸਾ ਪ੍ਰਾਪਤ ਹੋਣਾ ਹੈ। ਜਾਗ ਕੇ ਲਵਾਂਗੇ ਤਾਂ ਹੀ ਸਾਨੂੰ ਵੀ ਇਸ ਦੇ ਵਿੱਚੋਂ ਕੁਝ ਹਿੱਸਾ ਮਿਲ ਜਾਣਾ ਹੈ, ਬੰਦਗੀ ਦੇ ਵਿੱਚੋਂ, ਪਰਮਾਤਮਾ ਦੇ ਨਾਮ ਦੀ ਸੁਗੰਧੀ ਵਿੱਚੋਂ। ਤੇ ਕਹਿਣ ਲੱਗੇ, ਜਿਨ੍ਹਾਂ ਨੈਣ ਨਿੰਦਰਾਵਲੇ, ਜਿਨ੍ਹਾਂ ਦੀ ਅੱਖਾਂ ਸਾਰੀ ਰਾਤ ਨੀਂਦ ਵਿੱਚ ਘੁੱਟੀਆਂ ਰਹਿਣ, ਤਿੰਨਾਂ ਮਿਲਨ ਕਵਾਓ, ਉਹਨਾਂ ਨੂੰ ਨਾਮ ਦੀ ਕਸਤੂਰੀ ਪ੍ਰਾਪਤ ਕਿਵੇਂ ਹੋਵੇ? ਸ਼ੇਖ ਸਾਦੀ ਜੀ ਆਖਦੇ ਨੇ, ਜਿਨ੍ਹਾਂ ਨੇ ਪੂਰਾ ਦਿਨ ਬਾਦਸ਼ਾਹ ਦੀ ਤਰ੍ਹਾਂ ਜੀਣਾ, ਫਿਰ ਉਹ ਅੰਮ੍ਰਿਤ ਵੇਲੇ
खुदा दे दर दा गुलाम बन जाए, चाकर बन जाए, सेवक बन जाए, ਅੰਮ੍ਰਿਤ ਵੇਲੇ ਉੱਠ ਕੇ ਖੁਦਾ ਦੀ ਇਬਾਦਤ ਵਿੱਚ ਲੱਗ ਜਾਏ, ਉਹ ਪੂਰਾ ਦਿਨ ਬਾਦਸ਼ਾਹ ਦੀ ਤਰ੍ਹਾਂ ਜੀ ਸਕਦਾ ਹੈ। ਪਰ ਜਿਹੜੇ ਸਵੇਰ ਉੱਠ ਕੇ ਪਰਮਾਤਮਾ ਦੀ ਬੰਦਗੀ ਵਿੱਚ ਨਹੀਂ ਜੁੜਦੇ, ਉਹ ਪੂਰਾ ਦਿਨ ਕੰਗਾਲਾਂ ਦੀ ਤਰ੍ਹਾਂ ਜਿਉਂਦੇ ਨੇ, ਮੰਗਤਿਆਂ ਦੀ ਤਰ੍ਹਾਂ ਜਿੰਦੇ ਨੇ, ਦਰ ਦਰ 'ਤੇ ਭਟਕਦੇ ਨੇ, ਔਰ ਸ਼ਾਮ ਨੂੰ ਨਾਮੋਸ਼ੀ ਹੀ ਮਿਲਦੀ ਹੈ, ਖੁਸ਼ੀ ਨਹੀਂ ਮਿਲਦੀ। ਇਸ ਕਰਕੇ ਜੇ ਤੁਸੀਂ ਖੁਸ਼ੀ ਚਾਹੁੰਦੇ ਹੋ, ਜੇ ਆਨੰਦ ਚਾਹੁੰਦੇ ਹੋ, ਤੇ ਆਪਣੇ ਜੀਵਨ ਦੇ ਵਿੱਚੋਂ ਬਾਬਾ ਫਰੀਦ ਜੀ ਜਿਹੜੀ ਗੱਲ ਇੱਥੇ ਸਮਝਾਉਣਾ ਚਾਹੁੰਦੇ ਨੇ, ਉਹ ਇਹੀ ਸਮਝਾਉਣਾ ਚਾਹੁੰਦੇ ਨੇ ਕਿ ਆਪਣੀ ਅੱਖਾਂ ਨੂੰ ਜੇ ਜਗਾਉਣਾ ਹੈ ਤਾਂ ਪਰਮਾਤਮਾ ਦੀ ਯਾਦ ਦੇ ਵਿੱਚ ਜਾਗ, ਪਰਮਾਤਮਾ ਦੀ ਯਾਦ ਦੇ ਵਿੱਚ ਨਾਮ ਦੀ ਕਸਤੂਰੀ ਪ੍ਰਾਪਤ ਕਰਨ ਵਾਸਤੇ ਉਦਮ ਉਪਰਾਲੇ ਕਰ। ਔਰ ਜੇ ਤੂੰ ਇਹ ਯਤਨ ਨਾ ਕੀਤੇ, ਤੇਰੇ ਨੈਣ ਨਿੰਦਰਾਵਲੇ ਹੀ ਰਹੇ, ਅੱਖਾਂ ਵਿੱਚ ਨੀਂਦ ਹੀ ਭਰੀ ਰਹੀ, ਔਰ ਨੀਂਦ ਵਿੱਚ ਹੀ ਘੁੱਟੀਆਂ ਰਹੀਆਂ, ਸੱਚ ਜਾਣਨਾ ਵੀ ਇਹ ਨਾਮ ਦੀ ਕਸਤੂਰੀ ਪ੍ਰਾਪਤ ਕਿਵੇਂ ਹੋ ਸਕਦੀ ਹੈ ਭਾਉ, ਤੈਨੂੰ ਪ੍ਰਾਪਤ ਨਹੀਂ ਹੋਣੀ। ਕੁਬਾਉ ਦਾ ਅਰਥ ਹੈ ਕਿੱਥੋਂ, ਕਿੱਥੋਂ ਪ੍ਰਾਪਤ ਹੋਏਗੀ, ਕਿਵੇਂ ਪ੍ਰਾਪਤ ਹੋਏਗੀ। ਆਓ ਅੱਖਾਂ ਖੋਲ, ਪਰਮਾਤਮਾ ਦੀ ਸਿਫਤ ਸਲਾਹ ਕਰ, ਤਾਂ ਕਿ ਤੇਰੇ ਪੱਲੇ ਵੀ ਕੁਛ ਕਿਣਕਾ ਜਿਹੜਾ ਹੈ ਇਸ ਨਾਮ ਵੀ ਸੁਗੰਧੀ ਦਾ ਪੈ ਜਾਏ, ਤੂੰ ਵੀ ਉਹ ਸੁਗੰਧੀ ਮਾਣ ਸਕੇ, ਉਹ ਰਸ ਮਾਣ ਸਕੇ। ਖਿਆਲ ਕਰਨਾ, ਇਹ ਰਸਤਾ ਕਿਤੇ ਥੋੜਾ ਜਿਹਾ ਵੀ ਮਿਲ ਜਾਏ ਨਾ, ਤੇ ਸਤਿਗੁਰ ਨੇ ਬਾਣੀ 'ਚ ਲਿਖਿਆ, ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੇ। ਜਿਨ੍ਹਾਂ ਨੇ ਕਿਣਕਾ ਵੀ ਵਸਾ ਲਿਆ ਨਾ, ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਮੰਨਣ ਵਾਲਿਆਂ ਦੀ ਅਵਸਥਾ ਬਿਆਨ ਨਹੀਂ ਹੋ ਸਕਦੀ। ਔਰ ਜਿਨ੍ਹਾਂ ਨੇ ਇਹ ਥੋੜ੍ਹੀ ਜਿਹੀ ਵੀ ਸੁਗੰਧੀ ਲੈ ਰਹੀ ਹੈ, ਖਿਆਲ ਕਰਨਾ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ। ਮੁੰਦਾਵਣੀ ਵਿੱਚ ਵੀ ਸਤਿਗੁਰ ਨੇ ਵਚਨ ਕੀਤਾ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸਦ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਵਸ ਆਧਾਰੋ, ਜੇ ਕੋ ਖਾਵੈ ਜੇ ਕੋ ਪਹੁੰਚੈ, ਤਿਸ ਕਾ ਹੋਏ ਉਧਾਰੋ। ਸਤਿਗੁਰ ਕਹਿੰਦੇ ਇਹ ਵਸਤ ਤਜੀ ਨਾ ਜਾਈ। ਸਿੱਖਾਂ ਨੂੰ ਹੁਕਮ ਹੈ ਮੇਰੇ ਸਤਿਗੁਰ ਦਾ ਕਿ ਇਹ ਵਸਤ ਛੱਡਣ ਵਾਲੀ ਨਹੀਂ ਹੈ। ਔਰ ਗੁਸਤਾਖੀ ਮਾਫ। ਅੱਜ ਦੇ ਸਮੇਂ ਵਿੱਚ ਸਭ ਤੋਂ ਵੱਧ ਇਸ ਵਸਤੂ ਨੂੰ ਜੇ ਕਿਸੇ ਨੇ ਵਿਸਾਰਿਆ ਤੇ ਉਹ ਸਿੱਖ ਨੇ। ਹੋਰ ਕੰਮ ਤਾਂ ਕਰ ਰਹੇ ਨੇ, ਪਰ ਜਿਹੜੀ ਅਸਲ ਦਾਤ ਗੁਰੂ ਨੇ ਸਿੱਖ ਦੀ ਝੋਲੀ 'ਚ ਪਾਈ ਸੀ, ਉਸ ਤੋਂ ਵਾਂਝੇ ਰਹਿ ਗਏ। ਔਰ ਗੁਰੂ ਸਾਹਿਬ ਕਹਿੰਦੇ, ਜੇ ਕੋ ਖਾਵੇ ਜੇ ਕੋ ਪਹੁੰਚੈ, ਤਿਸਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਖ ਉੜਤਾਰੋ। ਸਿੱਖ ਅਖਵਾਉਣ ਵਾਲਾ ਸ਼ਰਾਬ ਦੀ ਬੋਤਲ ਤਾਂ ਨਿਤ ਲੈ ਕੇ ਬਹਿ ਜਾਂਦਾ, ਪਰ ਹੱਥ ਵਿੱਚ ਗੁਟਕਾ ਲੈ ਕੇ ਨਹੀਂ ਬਹਿੰਦਾ। ਗੁਸਤਾਖੀ ਮਾਫ। ਬੜੀ ਦੁੱਖ ਦੀ ਗੱਲ ਹੁੰਦੀ ਹੈ ਕਿ ਸਿੱਖ ਹੋ ਕੇ ਨਾਈ ਦੀ ਦੁਕਾਨ 'ਤੇ ਜਾ ਕੇ ਬਹਿ ਜਾਂਦਾ, ਸੇਵਿੰਗ ਕਰਾਉਣ ਵਾਸਤੇ ਤੇ ਚਲਾ ਜਾਂਦਾ, ਪਰ ਕਦੀ ਗੁਰੂ ਦੇ ਘਰ ਵਿੱਚ ਗੁਰੂ ਦੀ ਬਾਣੀ ਨਾਲ ਨਹੀਂ ਬਹਿੰਦਾ। ਸਿੱਖ ਹੋ ਕੇ ਨਿੰਦਾ ਚੁਗਲੀ ਵਿੱਚ ਤਾਂ ਬਹਿ ਜਾਂਦਾ, ਪਰ ਨਾਮ ਨਾਲ ਨਹੀਂ ਜੁੜਦਾ। ਆਪਣੇ ਆਪ ਨੂੰ ਸਿੱਖ ਅਖਵਾਉਂਦਾ, ਪਰ ਸਿੱਖੀ ਵਾਲਾ ਉਹ ਕਰਮ ਨਹੀਂ ਕਰਦਾ। ਮਹਾਰਾਜ ਨੇ ਕਿਹਾ ਸੀ, ਸੋ ਸਿੱਖ ਜੋ ਸਿੱਖ ਸਿੱਖੀ ਵਾਲੇ ਕੰਮ ਕਰੇਗਾ, ਉਹੀ ਗੁਰੂ ਦੀ ਪੁਰੀ ਵਿੱਚ ਵਾਸਾ ਪਾਏਗਾ। ਜਿਹਨੇ ਸਿੱਖੀ ਵਾਲੇ ਕੰਮ ਨਹੀਂ ਕੀਤੇ, ਗੁਰੂਪੁਰੀ ਵਿੱਚ ਵਾਸਾ ਨਹੀਂ ਮਿਲਦਾ। ਇਸ ਕਰਕੇ ਜੇ ਗੁਰੂ ਦੀ ਪੁਰੀ 'ਚ ਵਾਸਾ ਲੈਣਾ ਚਾਹੁੰਦੇ ਹਾਂ, ਤਾਂ ਜੀਵਨ ਵਿੱਚੋਂ ਜੋ ਬੁਰਾਈਆਂ ਨੇ, ਜੋ ਔਗੁਣ ਨੇ, ਜੋ ਵਿਕਾਰ ਨੇ, ਉਹਨਾਂ ਨੂੰ ਛੱਡ ਆਪਣੇ ਗੁਰੂ ਦੀ ਬਾਣੀ ਨਾਲ, ਗੁਰੂ ਕੀ ਸਿਫਤੋ ਸਲਾਹ ਨਾਲ ਜਾਗ ਕੇ ਇਸ ਨਾਮ ਦੀ ਸੁਗੰਧੀ ਨੂੰ ਇਕੱਠਾ ਕਰੀਏ। ਔਰ ਨਾਮ ਦੀ ਹੀ ਸਾਂਝ ਸਿੱਖ ਦੇ ਜੀਵਨ ਦੀ ਸਾਂਝ ਹੋਵੇ। ਗੁਰੂ ਕਿਰਪਾ ਕਰੇ ਕਿ ਇਹ ਕਿਤੇ ਕਿਰਪਾ ਬਣ ਜਾਏ ਸਾਡੇ ਉੱਤੇ, ਕਿ ਅਸੀਂ ਇਹਨਾਂ ਗੱਲਾਂ ਨੂੰ ਸਮਝ ਸਕੀਏ ਕਿ ਗੁਰੂ ਨੇ ਜੋ ਇਤਨੀ ਅੰਮ੍ਰਿਤਮਈ ਦਾਤ ਸਾਡੀ ਝੋਲੀ 'ਚ ਪਾਈ, ਆਪਣੀਆਂ ਸਾਤਾਂ ਦੇ ਕੇ, ਕੁਰਬਾਨੀਆਂ ਦੇ ਕੇ ਸਾਨੂੰ ਇਤਨਾ ਵੱਡਾ ਖਜ਼ਾਨਾ ਬਖਸ਼ਿਆ, ਔਰ ਸਾਨੂੰ ਅੰਮ੍ਰਿਤ ਬਾਣੀ ਸਾਡੀ ਝੋਲੀ ਵਿੱਚ ਪਾਈ। ਇਸ ਅੰਮ੍ਰਿਤ ਬਾਣੀ ਨੂੰ ਪੜ੍ਹੀਏ, ਵਿਚਾਰੀਏ, ਸੰਭਾਲੀਏ ਅਤੇ ਇਸ ਬਾਣੀ ਦੇ ਧਾਰਨੀ ਹੋਈਏ। ਬਾਣੀ ਅਤੇ ਬਾਣਾ